ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਲਿਬਰਲ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਰੱਖਿਆ ਟੀਚਾ, ਪਰ ਹਾਊਸਿੰਗ ਸੰਕਟ ਤੇ ਕਿਫਾਇਤੀ ਘਰਾਂ ਦੀ ਘਾਟ ਨਾਲ ਜੂਝਦੇ ਕੈਨੇਡਾ 'ਚ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਆਬਾਦੀ ਵਾਧਾ ਚਰਚਾ ਦਾ ਵਿਸ਼ਾ। ਕੈਨੇਡਾ ਦੀ ਅੱਖ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੇ। ਵਿਦੇਸ਼ ਮੰਤਰੀ ਮਿਲੇਨ ਜੋਲੀ ਨੇ ਕਿਹਾ, ਜੇ ਅਮਰੀਕਾ ਵੱਲੋਂ ਸੱਜੇ ਪੱਖੀ ਸੋਚ ਦਾ ਸਾਥ ਦਿੱਤਾ ਜਾਂਦਾ ਹੈ ਤਾਂ ਕੈਨੇਡਾ ਦਾ ਗੇਮ ਪਲਾਨ ਕੀ ਹੋਵੇਗਾ, ਇਸ ਬਾਰੇ ਹੁਣੇ ਤੋਂ ਹੀ ਵਿਚਾਰ ਵਟਾਂਦਰਾ ਜਾਰੀ। ਕੈਨੇਡਾ ਵੀ ਨਸ਼ਿਆਂ ਤੋਂ ਪਰੇਸ਼ਾਨ। ਬੱਚਿਆਂ ਤੇ ਕਿਸ਼ੋਰਾਂ 'ਚ ਨਸ਼ੇ ਦੀ ਓਵਰਡੋਜ਼ ਇੱਕ ਆਮ ਸਿਹਤ ਐਮਰਜੈਂਸੀ ਬਣੀ। ਸਰਵੇਖਣ ਮੁਤਾਬਕ ਪੱਛਮੀ ਕੈਨੇਡਾ 'ਚ 10 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਤੇ ਕਿਸ਼ੋਰਾਂ 'ਚ ਮੌਤ ਦਾ ਮੁੱਖ ਕਾਰਨ ਘਾਤਕ ਓਵਰਡੋਜ਼। ਬਰੈਂਪਟਨ 'ਚ ਇੱਕ ਦਰਦਨਾਕ ਸੜਕ ਹਾਦਸੇ 'ਚ ਪੰਜਾਬਣ ਕੁੜੀ ਦੀ ਹੋਈ ਮੌਤ। ਵਿਆਹ ਮਗਰੋਂ 25 ਅਗਸਤ ਨੂੰ ਹੀ ਪੜ੍ਹਾਈ ਕਰਨ ਲਈ ਆਈ ਸੀ ਕੈਨੇਡਾ। ਲਿਬਰਲ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿਥਿਆ ਹੈ। ਕੈਨੇਡਾ 'ਚ ਟੈਂਪਰੇਰੀ ਰੈਜ਼ੀਡੈਂਟ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵਿਦੇਸ਼ੀ ਵਰਕਰ ਸ਼ਾਮਲ ਨੇ। ਹਾਊਸਿੰਗ ਸੰਕਟ ਤੇ ਕਿਫਾਇਤੀ ਘਰਾਂ ਦੀ ਘਾਟ ਨਾਲ ਜੂਝਦੇ ਕੈਨੇਡਾ 'ਚ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਆਬਾਦੀ ਵਾਧਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਿਬਰਲ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿਥਿਆ ਹੈ। 2015 'ਚ ਇਮੀਗ੍ਰੇਸ਼ਨ ਟੀਚਾ 3 ਲੱਖ ਤੋਂ ਵੀ ਘੱਟ ਸੀ। ਹਾਲਾਂਕਿ ਅੱਧੇ ਮਿਲੀਅਨ ਲੋਕਾਂ ਦੀ ਗਿਣਤੀ ਨੇ ਕਾਫੀ ਧਿਆਨ ਖਿੱਚਿਆ ਹੈ। ਇਹ ਸਿਰਫ ਵਧੇਰੇ ਇਮੀਗ੍ਰੇਸ਼ਨ ਟੀਚੇ ਦੀ ਆਬਾਦੀ ਨੂੰ ਹੀ ਨਹੀਂ ਵਧਾ ਰਿਹਾ। ਕੈਨੇਡਾ 'ਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵਿਦੇਸ਼ੀ ਵਰਕਰ ਸ਼ਾਮਲ ਨੇ। 2022 'ਚ ਕੈਨੇਡਾ ਦੀ ਆਬਾਦੀ 'ਚ 10 ਲੱਖ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ। ਇਸ ਗਿਣਤੀ 'ਚ 6,07,782 ਨਾਨ ਪਰਮਾਨੈਂਟ ਰੈਜ਼ੀਡੈਂਟ ਅਤੇ 4,37,180 ਇਮੀਗ੍ਰੈਂਟਸ ਸ਼ਾਮਲ ਸਨ। ਮਿਲਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲੇ 'ਚ ਖਾਸ ਤੌਰ ਤੇ ਧੋਖਾਧੜੀ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਫੈਡਰਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਤੇ ਮੁੜ ਵਿਚਾਰ ਕਰਨ ਲਈ ਤਿਆਰ ਹੈ। ਇਸ ਸਾਲ ਦੇ ਸ਼ੁਰੂ 'ਚ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ਵਿੱਚ ਵਿਦਿਆਰਥੀਆਂ ਨੂੰ ਜਾਲੀ ਦਾਖਲਾ ਪੱਤਰ ਦਿੱਤੇ ਗਏ ਸਨ, ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਸਿਰ ਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਗਈ ਸੀ। ਮਿਲਰ ਨੇ ਕਿਹਾ ਕਿ ਪੂਰੇ ਸਿਸਟਮ 'ਚ ਧਾਂਦਲੀ ਹੈ, ਜਿਸ ਨੂੰ ਨੱਥ ਪਾਉਣੀ ਪਵੇਗੀ। ਹਾਊਸਿੰਗ ਸੰਕਟ ਤੇ ਕਿਫਾਇਤੀ ਘਰਾਂ ਦੀ ਘਾਟ ਨਾਲ ਜੂਝਦੇ ਕੈਨੇਡਾ 'ਚ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਆਬਾਦੀ ਵਾਧਾ ਚਰਚਾ ਦਾ ਵਿਸ਼ਾ ਹੈ। ਬਹੁਤੇ ਮਾਹਿਰ ਇਸ ਗੱਲ ਨਾਲ ਸਹਿਮਤ ਨੇ ਕਿ ਇਸ ਹਾਊਸਿੰਗ ਦੀ ਘਾਟ ਦੇ ਮੂਲ ਕਾਰਨ ਇਮੀਗ੍ਰੇਸ਼ਨ ਨਾਲ ਸੰਬੰਧਿਤ ਨਹੀਂ ਹਨ। ਮਿਊਨਿਸਪਲ ਪੱਧਰ ਤੇ ਲਾਲ ਫੀਤਾਸ਼ਾਹੀ ਤੇ ਉਦਾਹਰਣ ਵਜੋਂ ਵਿਕਾਸ ਵਿਰੋਧੀ ਭਾਵਨਾ ਪ੍ਰੋਜੈਕਟਾਂ 'ਚ ਵੱਡੀ ਦੇਰੀ ਦਾ ਕਾਰਨ ਬਣ ਸਕਦੀ ਹੈ। ਵਿਸ਼ੇਸ਼ ਤੌਰ ਤੇ ਕਿਰਾਇਆਂ ਲਈ ਬਣਾਏ ਜਾਣ ਵਾਲੇ ਯੂਨਿਟਾਂ ਲਈ ਟੈਕਸ ਛੋਟਾਂ ਕਈ ਦਹਾਕਿਆਂ ਪਹਿਲਾਂ ਬੰਦ ਹੋ ਗਈਆਂ ਸਨ, ਜਿਸ ਕਰਕੇ ਕਿਰਾਏ ਲਈ ਬਣਨ ਵਾਲੇ ਘਰਾਂ ਦਾ ਨਿਰਮਾਣ ਬੇਹੱਦ ਧੀਮਾ ਹੋ ਗਿਆ ਹੈ। ਇਹਨਾਂ ਨੁਕਤਿਆਂ ਦੇ ਮੱਦੇਨਜ਼ਰ ਮਾਹਿਰਾਂ ਨੂੰ ਚਿੰਤਾ ਹੈ ਕਿ ਆਬਾਦੀ 'ਚ ਹੁੰਦਾ ਵਾਧਾ ਬਲਦੀ ਤੇ ਅੱਗ ਪਾਉਣ ਦਾ ਕੰਮ ਕਰੇਗਾ। BMO ਦੇ ਇੱਕ ਹਾਲੀਆ ਵਿਸ਼ਲੇਸ਼ਣ ਅਨੁਸਾਰ ਆਬਾਦੀ ਦੇ ਹਰੇਕ 1% ਵਾਧੇ ਨਾਲ ਘਰਾਂ ਦੀਆਂ ਕੀਮਤਾਂ 3% ਵਧਦੀਆਂ ਨੇ। ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਧਾਉਣ ਦੇ ਆਪਣੇ ਤਾਜ਼ਾ ਫੈਸਲੇ 'ਚ ਮਹਿੰਗਾਈ ਦੇ ਮੁੱਖ ਕਾਰਕਾਂ ਦੇ ਤੌਰ ਤੇ ਹਾਊਸਿੰਗ ਉੱਪਰ ਆਬਾਦੀ ਦੇ ਵਿਕਾਸ ਦੇ ਪ੍ਰਭਾਵ ਦਾ ਵੀ ਜ਼ਿਕਰ ਕੀਤਾ ਸੀ। ਬੇਹੱਦ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ ਕੈਨੇਡੀਅਨ ਹਾਊਸਿੰਗ ਮਾਰਕੀਟ 'ਚ ਤੇਜ਼ੀ ਦਰਸਾਉਂਦੀ ਹੈ ਕਿ ਕਿਵੇਂ ਇਮੀਗ੍ਰੇਸ਼ਨ ਹਾਊਸਿੰਗ ਦੀ ਮੰਗ ਨੂੰ ਹੁਲਾਰਾ ਦੇ ਰਹੀ ਹੈ। ਐਬੈਕਸ ਡੇਟਾ ਦੇ CEO ਡੇਵਿਡ ਕੋਲੇਟੋ ਨੇ ਕਿਹਾ ਹੈ ਕਿ ਪੋਲਿੰਗ ਦਰਸਾਉਂਦੀ ਹੈ ਕਿ ਕੈਨੇਡੀਅਨਜ਼ ਹਾਊਸਿੰਗ ਮਾਰਕੀਟ ਤੇ ਇਮੀਗ੍ਰੇਸ਼ਨ ਦੇ ਪ੍ਰਭਾਵ ਬਾਰੇ ਚਿੰਤਤ ਨੇ। ਉਹਨਾਂ ਕਿਹਾ ਕਿ ਇੱਕ ਪਾਸੇ ਇਹ ਧਾਰਨਾ ਹੈ ਕਿ ਬੁੱਢੀ ਹੁੰਦੀ ਆਬਾਦੀ ਦੇ ਮੱਦੇਨਜ਼ਰ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ, ਕਿਉਂਕਿ ਕੁਝ ਖਾਸ ਕਿਸਮ ਦੇ ਕੰਮਾਂ ਲਈ ਘਰੇਲੂ ਕਾਮੇ ਮੌਜੂਦ ਨਹੀਂ ਹਨ। ਦੂਜੇ ਪਾਸੇ ਲੋਕ ਇਮੀਗ੍ਰੇਸ਼ਨ ਵਾਧੇ ਦੇ ਹਾਊਸਿੰਗ ਤੇ ਹੈਲਥ ਕੇਅਰ ਤੇ ਪੈਂਦੇ ਪ੍ਰਭਾਵ ਨੂੰ ਲੈ ਕੇ ਵੀ ਫਿਕਰਮੰਦ ਨੇ। ਵਿਦੇਸ਼ ਮੰਤਰੀ ਮਿਲੇਨ ਜੋਲੀ ਨੇ ਆਖਿਆ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਤੋਂ ਬਾਅਦ ਜੇ ਅਮਰੀਕਾ ਵੱਲੋਂ ਸੱਜੇ ਪੱਖੀ ਸੋਚ ਦਾ ਸਾਥ ਦਿੱਤਾ ਜਾਂਦਾ ਹੈ ਤਾਂ ਕੈਨੇਡਾ ਦਾ ਗੇਮ ਪਲਾਨ ਕੀ ਹੋਵੇਗਾ, ਇਸ ਬਾਰੇ ਹੁਣੇ ਤੋਂ ਹੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਮੌਂਟਰੀਅਲ ਦੇ ਇੱਕ ਰੇਡੀਓ ਸਟੇਸ਼ਨ ਤੇ ਇੰਟਰਵਿਊ ਦੌਰਾਨ ਫ੍ਰੈਂਚ 'ਚ ਜੋਲੀ ਨੇ ਆਖਿਆ ਕਿ ਅਸੀਂ ਵੱਖ-ਵੱਖ ਪਰਿਪੇਖ ਨੂੰ ਧਿਆਨ 'ਚ ਰੱਖ ਕੇ ਕੰਮ ਕਰ ਰਹੇ ਹਾਂ। ਜੋਲੀ ਨੇ ਆਖਿਆ ਕਿ ਅਮਰੀਕਾ ਨਾਲ ਕੈਨੇਡਾ ਦੇ ਨੇੜਲੇ ਸਿਆਸੀ ਤੇ ਆਰਥਿਕ ਸਬੰਧਾਂ ਕਾਰਨ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਵੱਖ-ਵੱਖ ਬਦਲ ਦੀ ਤਿਆਰੀ ਪਹਿਲਾਂ ਤੋਂ ਹੀ ਕਰਕੇ ਰੱਖੀਏ। ਉਹਨਾਂ ਆਖਿਆ ਕਿ ਕੈਨੇਡਾ ਕੋਲ ਗੇਮ ਪਲਾਨ ਹੈ, ਪਰ
ਉਹਨਾਂ ਇਸ ਬਾਰੇ ਤਫਸੀਲ ਨਾਲ ਜਾਣਕਾਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਚੋਣਾਂ ਦਾ ਨਤੀਜਾ ਜੋ ਵੀ ਨਿਕਲਦਾ ਹੈ ਉਹ ਆਪਣੇ ਕੁਲੀਗਸ ਅਤੇ ਮੇਅਰਜ਼, ਪ੍ਰੋਵਿੰਸ਼ੀਅਲ ਪ੍ਰੀਮੀਅਰਜ਼, ਬਿਜ਼ਨਸ ਕਮਿਊਨਿਟੀ, ਯੂਨੀਅਨਸ ਤੇ ਦੇਸ਼ 'ਚ ਸਾਰਿਆਂ ਨਾਲ ਰਲ ਕੇ ਕੰਮ ਕਰੇਗੀ ਤਾਂ ਕਿ ਅਸੀਂ ਤਿਆਰ ਰਹਿ ਸਕੀਏ। ਪਿਛਲੀ ਵਾਰੀ ਟਰੰਪ ਪ੍ਰਸ਼ਾਸਨ ਨਾਲ ਕੰਮ ਕਰਨ ਦੇ ਤਜਰਬੇ ਨੂੰ ਚੇਤੇ ਕਰਦਿਆਂ ਜੋਲੀ ਨੇ ਆਖਿਆ ਕਿ ਉਸ ਸਮੇਂ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਕਈ ਸੈਕਟਰਸ 'ਚ ਚੱਲੇ ਆ ਰਹੇ ਟ੍ਰੇਡ ਸਬੰਧਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਇੱਕ ਵਾਰੀ ਫਿਰ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ। ਓਟਵਾ 'ਚ ਸਥਿਤ ਅਮਰੀਕੀ ਅੰਬੈਸੀ ਨੇ ਜੋਲੀ ਦੇ ਬਿਆਨ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 2022 ਕੈਨੇਡੀਅਨ ਬਾਲ ਚਿਕਿਤਸਾ ਨਿਗਰਾਨੀ ਪ੍ਰੋਗਰਾਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ 'ਚ ਨਸ਼ੇ ਦੀ ਓਵਰਡੋਜ਼ ਕੈਨੇਡਾ 'ਚ ਇੱਕ ਆਮ ਸਿਹਤ ਐਮਰਜੈਂਸੀ ਬਣਦੀ ਜਾ ਰਹੀ ਹੈ। ਇਸ ਸਰਵੇਖਣ ਮੁਤਾਬਕ ਪੱਛਮੀ ਕੈਨੇਡਾ 'ਚ 10 ਤੋਂ ਲੈ ਕੇ 18 ਸਾਲ ਦੀ ਉਮਰ ਦੇ ਬੱਚਿਆਂ ਤੇ ਕਿਸ਼ੋਰਾਂ 'ਚ ਮੌਤ ਦਾ ਮੁੱਖ ਕਾਰਨ ਘਾਤਕ ਓਵਰਡੋਜ਼ ਹੈ। ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸਮੱਸਿਆ ਕੈਨੇਡਾ 'ਚ ਕਿਸੇ ਇੱਕ ਥਾਂ ਤੇ ਨਹੀਂ ਬਲਕਿ ਦੇਸ਼ ਭਰ 'ਚ ਮੌਜੂਦ ਹੈ ਤੇ ਦੇਸ਼ ਦੇ 10 ਸੂਬਿਆਂ 'ਚ ਹੀ ਬਾਲ ਰੋਗਾਂ ਦੇ ਮਾਹਰ ਓਵਰਡੋਜ਼ ਦੇ ਇਲਾਜ ਬਾਰੇ ਕਹਿ ਰਹੇ ਨੇ। ਨਸ਼ੇ ਕੈਨੇਡਾ ਲਈ ਵੱਡਾ ਖਤਰਾ ਬਣ ਗਏ ਨੇ। ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੱਥੇ ਹੁਣ ਵੱਡੀ ਗਿਣਤੀ 'ਚ ਬੱਚੇ ਅਤੇ ਕਿਸ਼ੋਰ ਵੀ ਇਹਨਾਂ ਦਾ ਸੇਵਨ ਕਰ ਰਹੇ ਨੇ। ਬੁੱਧਵਾਰ ਨੂੰ ਜਾਰੀ ਇੱਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ। 2022 ਕੈਨੇਡੀਅਨ ਬਾਲ ਚਿਕਿਤਸਾ ਨਿਗਰਾਨੀ ਪ੍ਰੋਗਰਾਮ ਦੀ ਰਿਪੋਰਟ ਨੂੰ 12 ਤੋਂ 18 ਸਾਲ ਦੇ ਬੱਚਿਆਂ 'ਚ ਗੰਭੀਰ ਘਾਤਕ ਓਪੀਓਇਡ ਉਤੇਜਕ ਜਾਂ ਸੈਡੇਟਿਵ ਵਰਤੋਂ ਨਾਲ ਸੰਬੰਧਿਤ ਦੇਖਭਾਲ ਪ੍ਰਦਾਨ ਕਰਨ ਵਾਲੇ ਪੂਰੇ ਕੈਨੇਡਾ 'ਚ 1000 ਤੋਂ ਵੱਧ ਬਾਲ ਰੋਗਾਂ ਦੇ ਮਾਹਿਰਾਂ ਦੇ ਜਵਾਬਾਂ ਨੂੰ ਇਸ ਸਰਵੇਖਣ 'ਚ ਇਕੱਤਰ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ 'ਚ ਨਸ਼ੇ ਦੀ ਓਵਰਡੋਜ਼ ਕੈਨੇਡਾ 'ਚ ਇੱਕ ਆਮ ਸਿਹਤ ਐਮਰਜੈਂਸੀ ਬਣਦੀ ਜਾ ਰਹੀ ਹੈ। ਇਸ ਸਰਵੇਖਣ ਮੁਤਾਬਕ ਪੱਛਮੀ ਕੈਨੇਡਾ 'ਚ 10 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ 'ਚ ਮੌਤ ਦਾ ਮੁੱਖ ਕਾਰਨ ਘਾਤਕ ਓਵਰਡੋਜ਼ ਹੈ। ਇਸ 'ਚ ਇਹ ਵੀ ਦੱਸਿਆ ਗਿਆ ਕਿ ਇਹ ਸਮੱਸਿਆ ਕੈਨੇਡਾ 'ਚ ਕਿਸੇ ਇੱਕ ਥਾਂ ਤੇ ਨਹੀਂ ਬਲਕਿ ਦੇਸ਼ ਭਰ 'ਚ ਮੌਜੂਦ ਹੈ ਤੇ ਦੇਸ਼ ਦੇ 10 ਸੂਬਿਆਂ 'ਚ ਹੀ ਬਾਲ ਰੋਗਾਂ ਦੇ ਮਾਹਰ ਓਵਰਡੋਜ਼ ਦੇ ਇਲਾਜ ਬਾਰੇ ਕਹਿ ਰਹੇ ਨੇ। ਇਸ ਸੰਬੰਧੀ ਪ੍ਰਮੁੱਖ ਜਾਂਚਕਰਤਾ 'ਚੋਂ ਇੱਕ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ 'ਚ ਬਾਲ ਰੋਗਾਂ ਦੇ ਮਾਹਿਰ ਡਾਕਟਰ ਮੈਥਿਊ ਕਾਰਵਾਨਾ ਦਾ ਕਹਿਣਾ ਹੈ ਕਿ ਇਹ ਮੁੱਦਾ ਹੋਰ ਵੀ ਚਿੰਤਾਜਨਕ ਹੈ ਕਿਉਂਕਿ ਸਰਵੇਖਣ 'ਚ ਉਹਨਾਂ ਬੱਚਿਆਂ ਅਤੇ ਕਿਸ਼ੋਰਾਂ ਬਾਰੇ ਨਹੀਂ ਦੱਸਿਆ ਗਿਆ ਜਿਹੜੇ ਕਿ ਨਸ਼ੇ ਦੀ ਓਵਰਡੋਜ਼ ਲੈਂਦੇ ਨੇ ਪਰ ਉਹਨਾਂ ਦੀ ਦੇਖਭਾਲ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਓਵਰਡੋਜ਼ ਸੰਕਟ ਨੂੰ ਘੱਟ ਕਰਨ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਇਹਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣਾ ਚਾਹੀਦਾ ਹੈ ਤੇ ਸਾਨੂੰ ਰੋਕਥਾਮ ਤੇ ਦਖਲ ਅੰਦਾਜ਼ੀ ਦੀਆਂ ਰਣਨੀਤੀਆਂ ਤੇ ਧਿਆਨ ਦੇਣ ਦੀ ਲੋੜ ਹੈ। ਦੱਸ ਦਈਏ ਕਿ ਸਰਵੇਖਣ 'ਚ ਕੈਨੇਡਾ ਭਰ ਤੋਂ 1000 ਬਾਲ ਰੋਗਾਂ ਦੇ ਮਾਹਿਰਾਂ ਦੇ ਜਵਾਬ ਸ਼ਾਮਿਲ ਨੇ। ਹਰਜੋਤ ਸਿੰਘ ਸਮਰਾ ਨੂੰ ਵੈਨਕੂਵਰ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ ਹੈ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਅਗਲੀ ਪੇਸ਼ੀ ਤੱਕ ਉਹ ਹਿਰਾਸਤ 'ਚ ਰਹੇਗਾ। ਦੱਸ ਦਈਏ ਕਿ 10 ਅਗਸਤ ਨੂੰ ਸਮਰਾ ਦੇ ਵਿਰੁੱਧ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਅਸਲ 'ਚ ਉਹ ਜੇਲ੍ਹ ਤੋਂ ਰਿਹਾ ਹੋਣ ਮਗਰੋਂ ਆਪਣੇ ਸਾਬਕਾ ਨਸ਼ੇੜੀ ਕੈਦੀਆਂ ਅਤੇ ਮਾਨਸਿਕ ਰੋਗੀਆਂ ਦੀ ਮਦਦ ਲਈ ਬਣਾਏ ਗਏ ਕੇਂਦਰ ਹਾਫਵੇ ਹਾਊਸ 'ਚ ਪਹੁੰਚਣ 'ਚ ਅਸਫਲ ਰਿਹਾ ਸੀ, ਜਿਸ ਮਗਰੋਂ ਪੁਲਿਸ ਨੇ ਉਸ ਦੇ ਖਿਲਾਫ ਇਹ ਵਾਰੰਟ ਜਾਰੀ ਕੀਤਾ। ਪੁਲਿਸ ਨੇ ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਤਾਂ 10 ਅਗਸਤ ਨੂੰ ਸ਼ਾਮੀ 6 ਵਜੇ ਉਸ ਨੂੰ ਕੈਂਬੀ ਸਟਰੀਟ ਅਤੇ ਮਰੀਨ ਡਰਾਈਵ ਤੇ ਗੱਡੀ ਚਲਾਉਂਦਿਆਂ ਦੇਖਿਆ ਗਿਆ, ਪਰ ਜਦੋਂ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਉਹ ਭੱਜ ਨਿਕਲਿਆ। ਪੁਲਿਸ ਨੇ ਦੱਸਿਆ ਕਿ ਸਮਰਾ ਕਈ ਨਸ਼ੀਲੀਆਂ ਦਵਾਈਆਂ ਤੇ ਹਥਿਆਰਾਂ ਨਾਲ ਸੰਬੰਧਿਤ ਅਪਰਾਧਾਂ ਲਈ ਜੇਲ੍ਹ 'ਚ ਸਜ਼ਾ ਭੁਗਤ ਰਿਹਾ ਸੀ ਤੇ ਉਸ ਨੂੰ ਸਾਲ 2017 'ਚ ਗ੍ਰਿਫਤਾਰ ਕੀਤਾ ਗਿਆ ਸੀ। ਬਰੈਂਪਟਨ 'ਚ ਬੀਤੇ ਦਿਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਇੱਕ ਪੰਜਾਬਣ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਜੈਸਮੀਨ ਕੌਰ ਗੋਂਦਾਰਾ ਦੇ ਰੂਪ ਦੇ ਵਿੱਚ ਹੋਈ ਹੈ। ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਪਿਛਲੇ ਸਾਲ 5 ਅਗਸਤ ਨੂੰ ਫਰੀਦਕੋਟ ਦੇ ਵਸਨੀਕ ਸਤਵਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਮਗਰੋਂ ਉਹ 25 ਅਗਸਤ ਨੂੰ ਪੜ੍ਹਾਈ ਕਰਨ ਲਈ ਕੈਨੇਡਾ ਚਲੀ ਗਈ। ਬੀਤੇ ਸੋਮਵਾਰ ਨੂੰ ਜਦੋਂ ਉਹ ਬਰੈਂਪਟਨ ਵਿਖੇ ਆਪਣੇ ਘਰ ਵਾਪਸ ਪਰਤ ਰਹੀ ਸੀ ਤਾਂ ਇੱਕ ਕਾਰ ਦੀ ਫੇਟ ਵੱਜਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਮਗਰੋਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਕਾਰ ਚਾਲਕ ਮੌਕੇ ਤੇ ਮੌਜੂਦ ਰਿਹਾ ਤੇ ਜਾਂਚ 'ਚ ਉਸ ਵੱਲੋਂ ਪੁਲਿਸ ਨਾਲ ਸਹਿਯੋਗ ਕੀਤਾ ਗਿਆ। ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਖ-ਵੱਖ ਵਿਭਾਗਾਂ ਤੋਂ $15 ਬਿਲੀਅਨ ਤੋਂ ਵੱਧ ਦੀ ਬਚਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਇਹ ਭਰੋਸਾ ਵੀ ਦਿਵਾਇਆ ਕਿ ਇਸ ਨਾਲ ਆਮ ਨਾਲੋਂ ਜ਼ਿਆਦਾ ਨੌਕਰੀਆਂ ਦਾ ਨੁਕਸਾਨ ਨਹੀਂ ਹੋਵੇਗਾ
ਆਨੰਦ ਨੇ ਪਿੱਛੇ ਜਿਹੇ ਆਪਣੇ ਸਾਥੀ ਕੈਬਨਿਟ ਮੰਤਰੀਆਂ ਨੂੰ ਪੱਤਰ ਭੇਜ ਕੇ ਅਜਿਹੀਆਂ ਥਾਵਾਂ ਦੀ ਪਛਾਣ ਕਰਨ ਲਈ 2 ਅਕਤੂਬਰ ਤੱਕ ਦੀ ਡੈਡਲਾਈਨ ਦਿੱਤੀ ਹੈ ਜਿੱਥੇ ਉਹ ਆਪਣੇ ਵਿਭਾਗੀ ਬਜਟ 'ਚ ਕਟੌਤੀ ਕਰ ਸਕਦੇ ਨੇ। ਅਜਿਹਾ ਹੁਣ ਤੋਂ 2028 ਦੇ ਦਰਮਿਆਨ ਖਰਚੇ ਨੂੰ $14.1 ਬਿਲੀਅਨ ਤੱਕ ਘਟਾਉਣ ਅਤੇ ਆਉਣ ਵਾਲੇ ਸਾਲਾਂ ਵਿੱਚ ਹਰ ਸਾਲ $4.1 ਬਿਲੀਅਨ ਘਟਾਉਣ ਲਈ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ 2023 ਦੇ ਫੈਡਰਲ ਬਜਟ 'ਚ $15.4 ਬਿਲੀਅਨ ਦੀ ਬਚਤ ਦਾ ਵਾਅਦਾ ਕੀਤਾ ਗਿਆ ਸੀ। ਇਸ ਦੌਰਾਨ ਉਹਨਾਂ ਕੰਸਲਟਿੰਗ ਤੇ ਪ੍ਰੋਫੈਸ਼ਨਲ ਸੇਵਾਵਾਂ ਉੱਤੇ ਖਰਚਿਆਂ 'ਚ ਕਟੌਤੀ ਕਰਕੇ $7.1 ਬਿਲੀਅਨ ਦੀ ਬਚਤ ਕਰਨ ਦੀ ਯੋਜਨਾ ਬਣਾਈ ਸੀ। ਬਾਕੀ $7 ਬਿਲੀਅਨ ਦੀ ਕਟੌਤੀ ਡਿਪਾਰਟਮੈਂਟਲ ਖਰਚਿਆਂ ਵਿੱਚ 3% ਦੀ ਕਮੀ ਲਿਆ ਕੇ ਤੇ $1.3 ਬਿਲੀਅਨ ਦੀ ਕਟੌਤੀ ਫੈਡਰਲ ਕਰਾਊਨ ਕਾਰਪੋਰੇਸ਼ਨਸ ਤੋਂ ਅਗਲੇ 4 ਸਾਲਾਂ 'ਚ ਘਟਾ ਕੇ ਕੀਤੀ ਜਾਣੀ ਸੀ। ਨਾਰਥ ਵੈਸਟ ਟੈਰੀਟਰੀਜ਼ 'ਚ ਕਈ ਥਾਵਾਂ ਉੱਤੇ ਲੱਗੀ ਹੋਈ ਜੰਗਲ ਦੀ ਅੱਗ ਕਾਰਨ ਕੈਨੇਡਾ ਭਰ ਦੀਆਂ ਕਮਿਊਨਿਟੀਜ਼ ਲਈ ਹਵਾ ਦਾ ਮਿਆਰ ਗੰਧਲਾ ਹੋ ਚੁੱਕਿਆ ਹੈ। ਕਈ ਕਮਿਊਨਿਟੀਜ਼ 'ਚ ਚਾਰੇ ਪਾਸੇ ਧੂਆਂ ਹੀ ਧੂਆਂ ਗੈਰ ਨਜ਼ਰ ਆਉਂਦੀ ਹੈ। firesmoke.ca ਵੈਬਸਾਈਟ ਆਪਰੇਟ ਕਰਨ ਵਾਲੇ ਬਲੂ ਸਕਾਈ ਕੈਨੇਡਾ ਦੇ ਨਕਸ਼ੇ ਮੁਤਾਬਕ ਵੀਰਵਾਰ ਨੂੰ ਸਸਕੈਚੁਅਨ ਤੇ ਮੈਨੀਟੋਬਾ ਦੇ ਉੱਪਰ ਪ੍ਰਦੂਸ਼ਣ ਨਜ਼ਰ ਆ ਰਿਹਾ ਸੀ। ਨਾਰਥ ਵੈਸਟ ਟੈਰੀਟਰੀਜ਼ 'ਚ ਕਈ ਥਾਵਾਂ ਤੇ ਲੱਗੀ ਹੋਈ ਜੰਗਲ ਦੀ ਅੱਗ ਕਾਰਨ ਕੈਨੇਡਾ ਭਰ ਦੀਆਂ ਕਮਿਊਨਿਟੀਜ਼ ਲਈ ਹਵਾ ਦਾ ਮਿਆਰ ਗੰਧਲਾ ਹੋ ਚੁੱਕਿਆ ਹੈ। ਟੈਰੀਟਰੀ 'ਚ ਇਸ ਸਮੇਂ 200 ਥਾਵਾਂ ਉੱਤੇ ਅੱਗ ਲੱਗੀ ਹੋਈ ਹੈ, ਜਿਸ ਕਾਰਨ ਯੈਲੋ ਨਾਈਫ ਜਿੱਥੇ 20,000 ਦੇ ਨੇੜੇ ਤੇੜੇ ਲੋਕ ਰਹਿੰਦੇ ਨੇ ਸਮੇਤ ਕਈ ਹੋਰ ਕਮਿਊਨਿਟੀਜ਼ ਨੂੰ ਇਲਾਕਾ ਖਾਲੀ ਕਰਕੇ ਜਾਣਾ ਪੈ ਰਿਹਾ ਹੈ। ਹੁਣ ਤੱਕ ਨਾਰਥ ਵੈਸਟ ਟੈਰੀਟਰੀਜ਼ 'ਚ ਪ੍ਰਿੰਸ ਐਡਵਰਡ ਆਈਲੈਂਡ ਦੇ ਆਕਾਰ ਤੋਂ 4 ਗੁਣਾ ਇਲਾਕਾ ਸੜ ਕੇ ਸੁਆਹ ਹੋ ਚੁੱਕਿਆ ਹੈ। ਕਈ ਕਮਿਊਨਿਟੀਜ਼ 'ਚ ਚਾਰੇ ਪਾਸੇ ਧੂਆਂ ਹੀ ਧੂਆਂ ਤੇ ਗੈਰ ਨਜ਼ਰ ਆਉਂਦੀ ਹੈ। ਐਨਵਾਇਰਨਮੈਂਟ ਕੈਨੇਡਾ ਵੱਲੋਂ ਹਵਾ ਦੇ ਮਿਆਰ ਸੰਬੰਧੀ ਜਾਰੀ ਕੀਤੇ ਗਏ ਤਾਜ਼ਾ ਬਿਆਨ ਅਨੁਸਾਰ ਇਹ ਧੂਏ ਨਾਲ ਭਰੀ ਹਵਾ ਹੁਣ ਪੂਰਬ ਦਾ ਰੁਖ ਕਰ ਰਹੀ ਹੈ, ਜਿਸ ਨਾਲ ਕੈਨੇਡੀਅਨਜ਼ ਲਈ ਸਿਹਤ ਸੰਬੰਧੀ ਨਵਾਂ ਖਤਰਾ ਖੜਾ ਹੋਣ ਦਾ ਖਤਰਾ ਹੈ। firesmoke.ca ਵੈਬਸਾਈਟ ਆਪਰੇਟ ਕਰਨ ਵਾਲੇ ਬਲੂ ਸਕਾਈ ਕੈਨੇਡਾ ਦੇ ਨਕਸ਼ੇ ਮੁਤਾਬਕ ਵੀਰਵਾਰ ਨੂੰ ਸਸਕੈਚੁਅਨ ਤੇ ਮੈਨੀਟੋਬਾ ਦੇ ਉੱਪਰ ਪ੍ਰਦੂਸ਼ਣ ਨਜ਼ਰ ਆ ਰਿਹਾ ਸੀ। ਐਨਵਾਇਰਨਮੈਂਟ ਕੈਨੇਡਾ ਵੱਲੋਂ ਉਹਨਾਂ ਪ੍ਰੋਵਿੰਸਾਂ ਅਤੇ ਉੱਤਰ ਪੱਛਮੀ ਓਨਟਾਰੀਓ ਲਈ ਹਵਾ ਦੇ ਮਿਆਰ ਸੰਬੰਧੀ ਬਿਆਨ ਜਾਰੀ ਕੀਤੇ ਗਏ। ਵੀਰਵਾਰ ਦੁਪਹਿਰ ਨੂੰ ਧੂਆਂ ਸਸਕੈਚੁਅਨ 'ਚ ਘਟਣ ਤੇ ਮੈਨੀਟੋਬਾ ਵੱਲ ਵਧਣ ਦੇ ਸੰਕੇਤ ਦਿੱਤੇ ਗਏ। ਲੋਕ ਵਿਨੀਪੈਗ ਦੇ ਦੱਖਣੀ ਹਿੱਸੇ 'ਚ ਰਹਿਣ ਵਾਲੀਆਂ ਕਮਿਊਨਿਟੀਜ਼ ਨੂੰ ਦੁਪਹਿਰ ਸਮੇਂ ਸਭ ਤੋਂ ਮਾੜੀ ਹਵਾ ਦੇ ਮਿਆਰ ਨਾਲ ਜੂਝਣਾ ਪਿਆ। ਵੀਰਵਾਰ ਸ਼ਾਮ ਤੱਕ ਇਸ ਗੰਧਲੀ ਹਵਾ ਨੇ ਉੱਤਰੀ ਓਨਟਾਰੀਓ ਨੂੰ ਆਪਣੇ ਗਲਬੇ 'ਚ ਲੈ ਲਿਆ ਤੇ ਇਹ ਪੂਰਬ ਵੱਲ ਵਧ ਰਹੀ ਹੈ। ਰਾਤ ਸਮੇਂ ਧੂਏ ਦਾ ਇਹ ਗੁਬਾਰ ਗ੍ਰੇਟਰ ਟੋਰਾਂਟੋ ਏਰੀਆ ਉੱਤੇ ਟਿਕ ਸਕਦਾ ਹੈ। ਐਨਵਾਇਰਨਮੈਂਟ ਕੈਨੇਡਾ ਦੀ ਪੇਸ਼ਨਗੋਈ ਅਨੁਸਾਰ ਸ਼ੁੱਕਰਵਾਰ ਨੂੰ ਟੋਰਾਂਟੋ 'ਚ ਲੋਕਾਂ ਦੀ ਸਿਹਤ ਨੂੰ ਘੱਟ ਖਤਰਾ ਹੋਵੇਗਾ, ਪਰ ਇਹ ਬਦਲ ਵੀ ਸਕਦਾ ਹੈ। ਇਹ ਧੂਆਂ ਨਿਊਯਾਰਕ ਸਿਟੀ ਵੱਲ ਵਧ ਰਿਹਾ ਹੈ ਤੇ ਸ਼ੁੱਕਰਵਾਰ ਦੁਪਹਿਰ ਤੱਕ ਓਟਵਾ ਪਹੁੰਚ ਜਾਵੇਗਾ। ਯੈਲੋ ਨਾਈਫ ਵਾਲੀ ਅੱਗ ਦੇ ਧੂਏ ਨਾਲ ਸ਼ੁੱਕਰਵਾਰ ਸ਼ਾਮ ਤੱਕ ਓਨਟਾਰੀਓ 'ਚ ਗਹਿਰ ਛਾ ਜਾਵੇਗੀ। ਕਿਊਬਿਕ, ਮੌਂਟਰੀਅਲ ਨੂੰ ਛੱਡ ਕੇ ਵਿੱਚ ਪ੍ਰਦੂਸ਼ਣ ਨਾ ਹੋਣ ਦੀ ਸੰਭਾਵਨਾ ਹੈ। ਸ਼ਨੀਚਰਵਾਰ ਸਵੇਰ ਤੱਕ ਇਹ ਧੂਆਂ ਨਿਊ ਬਰੰਜ਼ਵਿਕ ਤੱਕ ਪਹੁੰਚ ਸਕਦਾ ਹੈ। ਮੌਂਟਰੀਅਲ, ਕਿਊਬਿਕ ਦੇ ਦੱਖਣ ਪੱਛਮ 'ਚ ਸੇਂਟ ਲਾਰੈਂਸ ਨਦੀ 'ਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ 2 ਲੋਕ ਲਾਪਤਾ ਹੋ ਗਏ। ਕਿਊਬਿਕ ਸੂਬਾ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦੇ ਬੁਲਾਰੇ ਸਾਰਜੈਂਟ ਨੈਂਸੀ ਫੋਰਨੀਅਰ ਨੇ ਕਿਹਾ ਹੈ ਕਿ ਅਧਿਕਾਰੀਆਂ ਨੂੰ ਮੰਗਲਵਾਰ ਰਾਤੀ ਕਰੀਬ 8 ਵਜੇ ਨਿਊ ਵਿਲੇ ਅਤੇ ਸੇਂਟ ਐਟਨੀ ਡੀ ਟਿਲੀ ਵਿਚਾਲੇ ਪਾਣੀ 'ਚ ਇੱਕ ਫਲੋਟ ਜਹਾਜ਼ ਦੇ ਹਾਦਸਾ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲੀ। ਇਸ ਮਗਰੋਂ ਜਹਾਜ਼ ਦੀ ਤਲਾਸ਼ ਲਈ ਪੁਲਿਸ ਅਧਿਕਾਰੀਆਂ, ਫਾਇਰ ਫਾਈਟਰਸ ਤੇ ਤੱਟ ਰੱਖਿਆ ਬਲ ਦੇ ਮੈਂਬਰਾਂ ਵੱਲੋਂ ਫੌਜ ਦੀ ਮਦਦ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ। ਫੋਰਨੀਅਰ ਨੇ ਕਿਹਾ ਕਿ ਉਹਨਾਂ ਨੂੰ ਜਹਾਜ਼ ਦਾ ਮਲਬਾ ਤਾਂ ਮਿਲ ਗਿਆ, ਪਰ ਅਜੇ ਤੱਕ ਜਹਾਜ਼ ਦਾ ਵੱਡਾ ਹਿੱਸਾ ਨਹੀਂ ਮਿਲਿਆ। ਇਸ ਦੇ ਨਾਲ ਹੀ ਜਹਾਜ਼ 'ਚ ਸਵਾਰ ਦੋਵੇਂ ਵਿਅਕਤੀ ਵੀ ਅਜੇ ਲਾਪਤਾ ਨੇ, ਜਿਨ੍ਹਾਂ ਦੀ ਤਲਾਸ਼ ਚੱਲ ਰਹੀ ਹੈ। ਦੋਹਾਂ ਦੀ ਉਮਰ 55 ਤੇ 57 ਸਾਲ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਅਜੇ ਨਹੀਂ ਲੱਗ ਸਕਿਆ। ਅਮਰੀਕਾ ਦੀ ਇੱਕ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੁਆਰਾ ਦਾਇਰ ਕੀਤੀ ਹੈਬੀਅਸ ਕਾਰਪਸ ਦੀ ਇੱਕ ਰਿਟ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਉਸ ਨੂੰ ਭਾਰਤ ਹਵਾਲੇ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿੱਥੇ ਉਸ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ 'ਚ ਸ਼ਾਮਲ ਹੋਣ ਦੀ ਮੰਗ ਕੀਤੀ ਜਾ ਰਹੀ ਹੈ। ਹਵਾਲੇ ਕਰਨ ਲਈ ਸਰਟੀਫਿਕੇਟ ਜਾਰੀ ਕਰਨ ਲਈ ਰਾਹ ਪੱਧਰਾ ਕੀਤਾ ਗਿਆ ਹੈ।
26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਲਈ ਭਾਰਤ ਦੀ ਲੜਾਈ 'ਚ ਇੱਕ ਵੱਡੀ ਜਿੱਤ 'ਚ ਇੱਕ ਅਮਰੀਕੀ ਅਦਾਲਤ ਨੇ ਮਈ 'ਚ 62 ਸਾਲਾ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦਿੱਤੀ। ਰਾਣਾ ਨੂੰ ਫਿਲਹਾਲ ਲਾਸ ਐਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ 'ਚ ਰੱਖਿਆ ਗਿਆ ਹੈ। ਇੱਕ ਰਿਪੋਰਟ ਅਨੁਸਾਰ ਰਾਣਾ ਨੇ ਇਸ ਸਾਲ ਜੂਨ 'ਚ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਹੈਬੀਅਸ ਕਾਰਪਸ ਰਿਟ ਦਾਇਰ ਕੀਤੀ ਸੀ, ਜਿਸ ਵਿੱਚ 2008 ਦੇ ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁਲਜ਼ਮਾਂ ਨੂੰ ਭਾਰਤ ਹਵਾਲੇ ਕਰਨ ਦੀ ਅਮਰੀਕੀ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ ਸੀ। ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਸੰਯੁਕਤ ਰਾਜ ਦੇ ਜ਼ਿਲ੍ਹਾ ਜੱਜ ਡੇਲ ਐਸ ਫਿਸ਼ਰ ਨੇ 10 ਅਗਸਤ ਦੇ ਆਪਣੇ ਆਦੇਸ਼ 'ਚ ਲਿਖਿਆ, ਅਦਾਲਤ ਇੱਕ ਵੱਖਰੇ ਆਦੇਸ਼ ਦੁਆਰਾ ਤਹੱਵੁਰ ਰਾਣਾ ਦੀ ਹੈਬੀਅਸ ਕਾਰਪਸ ਦੀ ਰਿਟ ਲਈ ਪਟੀਸ਼ਨ ਨੂੰ ਖਾਰਜ ਕਰਦੀ ਹੈ। ਬਾਈਡਨ ਪ੍ਰਸ਼ਾਸਨ ਨੇ ਵੀ ਰਾਣਾ ਦੀ ਭਾਰਤ ਹਵਾਲਗੀ ਦਾ ਸਮਰਥਨ ਕੀਤਾ ਸੀ ਤੇ ਮਨਜ਼ੂਰੀ ਦਿੱਤੀ ਸੀ। 16 ਮਈ ਦੇ 48 ਪੰਨਿਆਂ ਦੇ ਅਦਾਲਤੀ ਆਦੇਸ਼ 'ਚ ਕੈਲੀਫੋਰਨੀਆ ਦੇ US ਜ਼ਿਲ੍ਹਾ ਅਦਾਲਤ ਸੈਂਟਰਲ ਡਿਸਟ੍ਰਿਕਟ ਦੀ US ਮੈਜਿਸਟ੍ਰੇਟ ਜੱਜ ਜੈਕਲਿਨ ਚੁਲਜੀਆਨ ਨੇ ਕਿਹਾ, ਅਦਾਲਤ ਨੇ ਬੇਨਤੀ ਦੇ ਸਮਰਥਨ ਅਤੇ ਵਿਰੋਧ 'ਚ ਪੇਸ਼ ਕੀਤੇ ਗਏ ਸਾਰੇ ਦਸਤਾਵੇਜ਼ਾਂ ਅਤੇ ਸੁਣਵਾਈ ਦੌਰਾਨ ਪੇਸ਼ ਕੀਤੀਆਂ ਦਲੀਲਾਂ ਦੀ ਸਮੀਖਿਆ ਕੀਤੀ ਹੈ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ NIA 2008 'ਚ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੁਆਰਾ ਕੀਤੇ ਗਏ 26/11 ਦੇ ਹਮਲਿਆਂ 'ਚ ਉਸ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। NIA ਨੇ ਕਿਹਾ ਹੈ ਕਿ ਉਹ ਕੂਟਨੀਤਿਕ ਮਾਧਿਅਮਾਂ ਰਾਹੀਂ ਉਸ ਨੂੰ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰਨ ਲਈ ਤਿਆਰ ਹੈ। 2008 ਦੇ ਮੁੰਬਈ ਅੱਤਵਾਦੀ ਹਮਲਿਆਂ 'ਚ 6 ਅਮਰੀਕੀਆਂ ਸਮੇਤ ਕੁੱਲ 166 ਲੋਕ ਮਾਰੇ ਗਏ ਸਨ। 10 ਪਾਕਿਸਤਾਨੀ ਅੱਤਵਾਦੀਆਂ ਨੇ 60 ਘੰਟਿਆਂ ਤੋਂ ਵੱਧ ਸਮੇਂ ਤੱਕ ਘੇਰਾਬੰਦੀ ਕੀਤੀ ਹੋਈ ਸੀ। ਅੱਤਵਾਦੀਆਂ ਨੇ ਮੁੰਬਈ ਦੇ ਪ੍ਰਸਿੱਧ ਤੇ ਮਹੱਤਵਪੂਰਨ ਸਥਾਨਾਂ ਤੇ ਹਮਲਾ ਕਰਕੇ ਲੋਕਾਂ ਨੂੰ ਮਾਰਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ੇਸ਼ ਵਕੀਲ ਜੈਕ ਸਮਿਥ ਦੇ ਅਪਰਾਧਿਕ ਚੋਣ ਵਿਦਰੋਹ ਦੇ ਕੇਸ ਦੀ ਨਿਗਰਾਨੀ ਕਰਨ ਵਾਲੇ ਸੰਘੀ ਜੱਜ ਨੂੰ ਅਪ੍ਰੈਲ 2026 ਲਈ ਮੁਕੱਦਮਾ ਤੈਅ ਕਰਨ ਦਾ ਪ੍ਰਸਤਾਵ ਦਿੱਤਾ ਹੈ। ਵੀਰਵਾਰ ਸ਼ਾਮ ਨੂੰ ਇੱਕ ਫਾਈਲਿੰਗ 'ਚ ਟਰੰਪ ਨੇ ਵਾਸ਼ਿੰਗਟਨ DC 'ਚ ਅਮਰੀਕੀ ਜ਼ਿਲ੍ਹਾ ਜੱਜ ਤਾਨੀਆ ਚੁਟਕਨ ਨੂੰ ਸਮਿਥ ਦੇ ਜਨਵਰੀ 2024 ਦੇ ਮੁਕੱਦਮੇ ਦੀ ਤਜਵੀਜ਼ ਨੂੰ ਰੱਦ ਕਰਨ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਉਹ ਬਹੁਤ ਸਾਰੇ ਬਿਨਾਂ ਦਸਤਾਵੇਜ਼ਾਂ ਦੇ ਕੁਕਰਮਾਂ ਨਾਲੋਂ ਵੱਧ ਤੇਜ਼ੀ ਨਾਲ ਮੁਕੱਦਮੇ ਦੇ ਕੈਲੰਡਰ ਦੀ ਮੰਗ ਕਰਦਾ ਹੈ। ਸਿਰਫ 4 ਮਹੀਨਿਆਂ ਲਈ ਬੇਨਤੀ ਕਰਦਾ ਹੈ। ਜੂਰੀ ਦੀ ਚੋਣ ਤੋਂ ਖੋਜ ਦੀ ਸ਼ੁਰੂਆਤ ਹੋਵੇਗੀ। ਸਰਕਾਰ ਦਾ ਉਦੇਸ਼ ਸਪਸ਼ਟ ਹੈ, ਰਾਸ਼ਟਰਪਤੀ ਟਰੰਪ ਤੇ ਉਸ ਦੇ ਸਲਾਹਕਾਰ ਨੂੰ ਮੁਕੱਦਮੇ ਦੀ ਤਿਆਰੀ ਕਰਨ ਦੀ ਨਿਰਪੱਖ ਯੋਗਤਾ ਤੋਂ ਇਨਕਾਰ ਕਰਨਾ। ਅਦਾਲਤ ਨੂੰ ਸਰਕਾਰ ਦੀ ਬੇਨਤੀ ਨੂੰ ਰੱਦ ਕਰਨਾ ਚਾਹੀਦਾ ਹੈ। ਸਾਬਕਾ ਰਾਸ਼ਟਰਪਤੀ ਦੇ ਵਕੀਲਾਂ ਨੇ ਇਹ ਗੱਲ ਲਿਖੀ ਹੈ। ਉਹਨਾਂ ਨੇ ਜੱਜ ਨੂੰ ਇਸ ਦੀ ਬਜਾਏ ਜਿਊਰੀ ਦੀ ਚੋਣ ਅਤੇ ਅਪ੍ਰੈਲ 2026 ਲਈ ਮੁਕੱਦਮਾ ਤੈਅ ਕਰਨ ਲਈ ਕਿਹਾ ਹੈ। ਚੁਟਕਨ, ਜਿਸ ਨੂੰ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਨਿਯੁਕਤ ਕੀਤਾ ਗਿਆ ਸੀ, ਆਖਰਕਾਰ ਮੁਕੱਦਮੇ ਦੀ ਸ਼ੁਰੂਆਤ ਦੀ ਮਿਤੀ ਦਾ ਫੈਸਲਾ ਕਰੇਗੀ, ਇੱਕ ਫੈਸਲਾ ਜੋ ਉਹ ਮਹੀਨੇ ਦੇ ਅੰਤ ਤੱਕ ਕਰ ਸਕਦੀ ਹੈ। ਟਰੰਪ ਦੀ ਟੀਮ ਨੇ ਦਲੀਲ ਦਿੱਤੀ ਹੈ ਕਿ ਮੁਕੱਦਮੇ ਲਈ ਸਮਿਥ ਦੀ ਪ੍ਰਸਤਾਵਿਤ ਸਮਾਂ ਸੀਮਾ ਦੂਜੇ ਅਪਰਾਧਿਕ ਅਤੇ ਸਿਵਲ ਕੇਸਾਂ ਨਾਲ ਟਕਰਾਅ ਕਰੇਗੀ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਇੱਕ ਪ੍ਰਤੀਵਾਦੀ ਹੈ, ਜਿਸ ਵਿੱਚ ਵਿਸ਼ੇਸ਼ ਵਕੀਲ ਦੁਆਰਾ ਲਿਆਂਦੇ ਗਏ ਵਰਗੀਕ੍ਰਿਤ ਦਸਤਾਵੇਜ਼ਾਂ ਦੇ ਕੇਸ, ਨਿਊਯਾਰਕ 'ਚ ਹਸ਼ ਮਨੀ ਕੇਸ ਅਤੇ ਜਾਰਜੀਆ ਚੋਣਾਂ ਸ਼ਾਮਲ ਨੇ। ਤਬਾਹੀ ਦਾ ਕੇਸ, ਫੁਟਕਲ ਕਾਉਂਟੀ ਜ਼ਿਲ੍ਹਾ ਅਟਾਰਨੀ ਫੈਨੀ ਵਿਲਿਸ ਚਾਹੁੰਦੀ ਹੈ ਕਿ ਉਸ ਦਾ ਮੁਕੱਦਮਾ ਮਾਰਚ 2024 'ਚ ਸ਼ੁਰੂ ਹੋਵੇ। ਦਸਤਾਵੇਜ਼ਾਂ ਦੇ ਮਾਮਲੇ 'ਚ ਸੰਘੀ ਜੱਜ ਨੇ ਇਸ ਮੁਕੱਦਮੇ ਦੀ ਸੁਣਵਾਈ ਲਈ ਮਈ 2024 ਲਈ ਨਿਰਧਾਰਤ ਕੀਤੀ ਹੈ, ਜਦਕਿ ਨਿਊਯਾਰਕ ਕੇਸ ਦੀ ਸੁਣਵਾਈ ਅਗਲੇ ਸਾਲ ਮਾਰਚ 'ਚ ਹੋਣੀ ਹੈ। ਫੈਡਰਲ ਵਕੀਲਾਂ ਨੇ US ਕੈਪੀਟਲ ਅਤੇ ਆਇਓਵਾ ਕਾਕਸ ਉੱਤੇ ਹਮਲੇ ਦੀ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ 2 ਜਨਵਰੀ 2024 ਨੂੰ 2020 ਚੋਣ ਦਖਲ ਅਪਰਾਧਿਕ ਮੁਕੱਦਮਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।